ਵਾਹਿਗੁਰੂ ਜੀ। ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। वेद कतेब इफ्तरा भाई, दिल का फिक्र न जाए। टुकदम करारी जो कर हो, हाजर हजूर खुदाए। टुकदम करारी जो करो, हाजर हजूर खुदाए। वाहिगुरु जी का खालसा, वाहिगुरु जी की फतेह। परम सत्कारयोग गुरु रूप साध संगत जीओ, युगो युग अटल चबर तख्त छत्र दे मालक, हालत पलत के रखियक, मुजशमा याबे हयात सतगुरु गुरु ग्रंथ साहब सच्चे पातशाह जी दे पावन मुबारक चरणां 'ਚ ਆਪ ਸਰਬੱਤ ਸਿੱਖ ਸੰਗਤ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਤੇ ਸਤਿਗੁਰੂ ਜੀ ਦਾ ਪਾਵਨ ਮੁਬਾਰਕ ਸ੍ਰੀ ਮੁਖਵਾਕ ਗਰੀਬ ਨਵਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਮੁਬਾਰਕ ਅੰਗ 727 ਤੇ ਇਹ ਪਾਵਨ ਸ੍ਰੀ ਮੁਖਵਾਕ ਸੁਭਾਇਮਾਨ ਹੈ। ਸਰਲੇਖ ਹੈ ਰਾਗ ਤਿਲੰਗ ਬਾਣੀ ਭਗਤਾਂ ਕੀ। ਸੰਤ ਸ਼੍ਰੋਮਣੀ ਕਬੀਰ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਦੇ ਵਿੱਚੋਂ ਇਹ ਪਾਵਨ ਬੋਲ ਉਚਾਰਨ ਕੀਤਾ ਗਿਆ ਹੈ। ਸਤਿਗੁਰੂ ਜੀ ਨੇ ਇੱਕ ਬਾਤ ਵੱਲ ਸਾਡਾ ਖਿਆਲ ਕਰਵਾਇਆ ਹੈ ਤੇ ਸਤਿਗੁਰੂ ਕਹਿੰਦੇ ਅਗਰ ਇਸ ਬਾਤ ਨੂੰ ਤੂੰ ਗਹੁ ਦੇ ਨਾਲ ਪੂਰੇ ਅਕੀਦੇ ਦੇ ਨਾਲ ਇਸ ਬਾਤ ਵੱਲ ਧਿਆਨ ਦੇਂਗਾ ਨਾ ਤਾਂ ਤੇਰਾ ਧਰਮ ਦੇ ਪ੍ਰਤੀ ਕਰਮ ਦੇ ਪ੍ਰਤੀ ਜਿਹੜਾ ਨਜ਼ਰੀਆ ਹੈ ਉਹ ਬਦਲ ਜਾਏਗਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਵੇਦ ਕਤੇਬ ਇਫਤਰਾ ਪਾਈ। ਇਫਤਰਾ ਕਹਿੰਦੇ ਨੇ ਕਿਸੇ ਚੀਜ਼ ਨੂੰ ਡਿਫਾਈਨ ਕਰਨਾ, ਕਿਸੇ ਚੀਜ਼ ਦੀ ਪਰਿਭਾਸ਼ਾ ਦੱਸਣੀ। ਵੇਦ ਚਾਰ ਵੇਦ, ਰਿਗਵੇਦ, ਯੁਜੁਰਵੇਦ, ਅਥਰਵਣ ਤੇ ਸਾਮਵੇਦ। ਕਤੇਬ ਪੱਛਮੀ ਸਭਿਅਤਾ ਦੀਆਂ ਕਿਤਾਬਾਂ, ਧਾਰਮਿਕ ਪੁਸਤਕਾਂ। ਕਤੇਬਾਂ ਦੇ ਵਿੱਚ ਤੋਰੇਤ, ਜ਼ਬੂਰ, ਅੰਜੀਲ, ਕੁਰਾਨ, ਇਹ ਚਾਰ ਕਿਤਾਬਾਂ ਨੇ, ਚਾਰ ਹੀ ਵੇਦ ਨੇ। ਇਫਤਰਾ ਭਾਈ ਕਹਿਣ ਲੱਗੇ ਇਹਨਾਂ ਦੇ ਵਿੱਚ ਜੋ ਬਾਤਾਂ ਨਹੀਂ ਵੀ ਨਾ ਲਿਖੀਆਂ, ਡਿਫਾਈਨ ਕਰਨ ਵਾਲੇ ਉਹਨਾਂ ਗੱਲਾਂ ਨੂੰ ਵਧਾ ਚੜਾ ਕੇ ਦੱਸਦੇ ਨੇ। ਉਹਨਾਂ ਗੱਲਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ, ਦੱਸਣ ਦਾ ਜਿਹੜਾ ਤਰੀਕਾ ਹੈ, ਉਹ ਠੀਕ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਵੀ ਵੇਦਾਂ ਤੇ ਕਿਤਾਬਾਂ ਨੂੰ ਪੜ੍ਹਨ ਦੇ ਨਾਲ ਤੇ ਉਹਨਾਂ ਦਾ ਵਿਖਿਆਨ ਕਰਨ ਦੇ ਨਾਲ ਭਾਈ ਦਿਲ ਕਾ ਫਿਕਰ ਨਾ ਜਾਏ। ਇਹ ਭਾਈ ਮਨੁੱਖ ਦੇ ਮਨ ਦੀ ਜਿਹੜੀ ਅਸ਼ਾਂਤੀ ਹੈ,
ਅੰਦਰ ਜਿਹੜੀ ਚਿੰਤਾ ਹੈ, ਜਿਹੜਾ ਡਰ ਹੈ, ਉਹ ਨਹੀਂ ਜਾਂਦਾ। ਕੋਈ ਲੱਖਾਂ ਹੀ ਕਿਤਾਬਾਂ ਪੜ੍ਹ ਲਵੇ, ਤੇ ਸਤਿਗੁਰੂ ਕਹਿੰਦੇ ਟੁਕ ਦਮ ਕਰਾਰੀ ਜੋ ਕਰੋ। ਟੁਕ ਇੱਕ ਪਲਕ ਵਾਸਤੇ। ਇੱਕ ਪਲ ਕੀ ਹੁੰਦਾ? ਅੱਖ ਨੂੰ ਬੰਦ ਕਰਨਾ ਤੇ ਖੋਲਣਾ। ਕਹਿਣਗੇ ਇੰਨਾ ਕੁ ਚਿਰ ਜੇਕਰ ਟੁਕ ਦਮ ਕਰਾਰੀ ਜੋ ਕਰੋ, ਅਗਰ ਤੇਰੇ ਮਨ ਨੂੰ ਕਰਾਰ ਆ ਜਾਏ, ਤੇਰਾ ਮਨ ਕਿਤੇ ਟਿਕ ਜਾਏ, ਇਕਾਗਰਤਾ ਆ ਜਾਏ ਤੇਰੇ ਮਨ ਦੇ ਵਿੱਚ, ਟੁਕ ਦਮ ਕਰਾਰੀ ਜੋ ਕਰੋ। ਜੇ ਕਿਤੇ ਇਦਾਂ ਹੋ ਜਾਵੇ, ਹਾਜ਼ਰ ਹਜ਼ੂਰ ਖੁਦਾਏ, ਜਿਹੜਾ ਖੁਦਾ ਨਾ ਪਰਮੇਸ਼ਰ ਹੈ, ਜਿਹੜਾ ਨਿਰੰਕਾਰ ਹੈ, ਉਹ ਗੈਰ ਹਾਜ਼ਰ ਨਹੀਂ ਹੈ, ਉਹ ਤੇ ਹਾਜ਼ਰ ਹੈ, ਹਰ ਇੱਕ ਚੀਜ਼ ਦੇ ਅੰਦਰ ਹਾਜ਼ਰ ਹੈ। ਉਹ ਵੱਖਰੀ ਗੱਲ ਹੈ ਵੀ ਸਾਨੂੰ ਉਸ ਬਾਤ ਦੀ ਹਜੇ ਤੱਕ ਸਮਝ ਨਹੀਂ ਹੈ। ਸਾਧੂ ਦਇਆ ਸਿੰਘ ਆਰਫ ਦੀ ਮੈਂ ਕਈ ਵਾਰੀ ਜ਼ਿੰਦਗੀ ਬਿਲਾਸ ਦਾ ਜ਼ਿਕਰ ਕਰਦਾ ਹੁੰਦਾ। ਜ਼ਿੰਦਗੀ ਬਿਲਾਸ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਬਾਤ ਲਿਖੀ। ਕਹਿਣ ਲੱਗੇ, ਜੇਕਰ ਪੜ੍ਹਨ ਥੀ ਬਾਤ ਮਾਲੂਮ ਹੋਵੇ, ਲੋਕੀ ਪੜ੍ਹਦਿਆਂ ਉਮਰ ਲੰਘਾਉਂਦੇ ਨੇ। ਇਹੀ ਬਾਤ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਜੇਕਰ ਪੜ੍ਹਨ ਨਾਲ ਗੱਲ ਬਣਦੀ ਹੋਵੇ ਨਾ, ਵੇਦ ਕਤੇਬ ਉਹਨਾਂ ਦਾ ਵਿਖਿਆਨ ਕਰਨ ਨਾਲ ਦਿਲ ਦਾ ਫਿਕਰ ਨਹੀਂ ਖਤਮ ਹੁੰਦਾ, ਦਿਲ ਦਾ ਡਰ, ਦਿਲ ਦਾ ਸਹਿਮ, ਦਿਲ ਦੀ ਸ਼ਾਂਤੀ ਕਦੀ ਖਤਮ ਨਹੀਂ ਹੁੰਦੀ। ਪਰ ਜੇਕਰ ਤੂੰ ਕਹਿਣਗੇ ਇੱਕ ਪਲ ਵਾਸਤੇ, ਇੱਕ ਨਿਮਖ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਰੈਂਡਰ ਕਰ ਦੇਵੇਂ, ਤੇ ਵਾਹਿਗੁਰੂ ਕਰਮ ਕਰ ਦੇ। ਉਹ ਕਰੀਮ ਹੈ ਜਿਹੜਾ ਕਰਮ ਕਰ ਦੇ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ, ਕਿਤੇ ਉਹ ਕਰੀਮ ਰਹਿਮਤ ਕਰ ਦੇ ਤੇ ਤੇਰੇ ਮਨ ਦੀ ਸ਼ਾਂਤੀ ਦੂਰ ਹੋ ਸਕਦੀ ਹੈ, ਤੇ ਤੈਨੂੰ ਹਰ ਇੱਕ ਚੀਜ਼ ਦੇ ਵਿੱਚ ਉਹ ਖੁਦਾ ਨਜ਼ਰ ਆ ਸਕਦਾ ਹੈ। ਸਤਿਗੁਰੂ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਹਿਣ ਲੱਗੇ, ਐ ਮਨੁੱਖ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਖੋਜ, ਪਰ ਇੱਧਰ ਉੱਧਰ ਨਾ ਦੌੜ। ਸਭ ਕਿਛ ਕਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਬਾਹਰ ਕੁਝ ਵੀ ਨਹੀਂ ਹੈ। ਰਾਮਾਨੰਦ ਜੀ ਕਹਿੰਦੇ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਬਾਹਰ ਦੀ ਦੌੜ ਤੇ ਤਾਂ ਹੋਵੇ ਜੇਕਰ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਨਾ ਵਸਦਾ ਹੋਵੇ। ਜਿੱਥੇ ਅਸੀਂ ਰਹਿੰਦੇ ਹਾਂ ਨਾ, ਇੱਥੇ ਵਾਹਿਗੁਰੂ ਨਾ ਹੋਵੇ। ਦੁਨੀਆ ਦੇ ਲੋਕਾਂ ਨੇ ਲੱਭਦਿਆਂ ਬੜਾ ਸਮਾਂ ਗਵਾਤਾ। ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਕਿਤਾਬ ਲਿਖੀ, ਉਹਦੇ 'ਚ ਜ਼ਿਕਰ ਕੀਤਾ, ਸਾਵੇ ਪੱਤਰ, ਇੱਕ ਕਿਤਾਬ ਲਿਖੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਕਹਿਣਗੇ, ਰੱਬ ਇੱਕ ਗੁੰਝਲਦਾਰ ਬੁਝਾਰਤ ਤੇ ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆਂ ਪੇਚ ਇਸ ਦੇ ਤੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜੀਵੇਂ, ਪਰ ਖੋਜੋਂ ਮੁੱਲ ਨਾ ਖੁੰਝੀ। ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਕਹਿਣ ਲੱਗੇ, ਜਿਹੜਾ ਸਿੱਖਿਅਕ ਹੈ ਉਹ ਇਕੱਲਾ ਉਹਦਾ ਪੜ੍ਹਨ ਤੇ ਜ਼ੋਰ ਹੋਵੇ ਤੇ ਵਿਖਿਆਨ ਕਰਨ ਤੇ ਜ਼ੋਰ ਹੋਵੇ, ਪੜ੍ਹਦਾ ਹੋਵੇ ਤੇ ਵਿਖਿਆਨ ਕਰਦਾ ਹੋਵੇ, ਆਪ ਅਭਿਆਸ ਨਾ ਕਰਦਾ ਹੋਵੇ, ਇਹੋ ਜਿਹੇ ਨਾਲੋਂ ਤਾਂ ਅਭਿਆਸ ਕਰਨ ਵਾਲਾ ਜਿਹੜਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਆਪਾਂ ਕਹਿ ਦਿੰਦੇ ਤਾਂ ਮਨਮੁਖ ਹੈ ਜੀ, ਜਾਂ ਕਈ ਕਹਿੰਦੇ ਨੇ ਕਾਫਰ ਨੇ ਜੀ ਇਹ। ਫਿਰ ਐਸੇ ਸਿੱਖਿਆ ਦੇਣ ਵਾਲੇ ਪ੍ਰੀਸਟ ਦੇ ਨਾਲੋਂ ਕਿ ਉਹ ਮਨਮੁਖ ਹੈ ਜਾਂ ਕਾਫਰ ਹੈ, ਉਹੀ ਚੰਗਾ ਹੈ। ਲੋਕਾਂ ਨੇ ਬਾਹਰ ਦੀ ਦੌੜ ਲਾਤੀ। ਕੋਈ ਸਰੀਰ ਨੂੰ ਕਸ਼ਟ ਦਿੰਦਾ ਹੈ, ਕੋਈ ਅਨਾਜ ਛੱਡੀ ਬੈਠਾ ਹੈ, ਕੋਈ ਖਾਣ ਵਾਲੀਆਂ ਵਸਤੂਆਂ ਚੁਰਸਤਿਆਂ ਦੇ ਵਿੱਚ ਅੰਧੇਰੀਆਂ ਰਾਤਾਂ ਨੂੰ ਸ਼ਮਸ਼ਾਨ ਭੂਮੀਆਂ 'ਚ ਰੱਖਦਾ ਫਿਰਦਾ ਹੈ। ਗੱਲ ਕੀ ਹੈ? ਟਿਕਾਊ ਦੀ ਗੱਲ ਹੈ। ਟਿਕਾਊ ਨਹੀਂ ਹੈ। ਲੱਭਦੇ ਕਿਤੇ ਹੋਰ ਨੇ ਤੇ ਗਵਾਚਿਆ ਕਿਤੇ ਹੋਰ ਹੈ, ਬੈਠਾ ਕਿਤੇ ਹੋਰ ਹੈ। ਮੁਸਲਮਾਨ ਸੰਤ ਹੋਈ ਹੈ ਰਾਬੀਆ ਨੇ ਸਮਝਾਉਣ ਵਾਸਤੇ
ਇੱਕ ਦਿਨ ਮਸੀਤ ਦੇ ਬਾਹਰ ਜਗਦੀ ਹੋਈ ਮਿਸਾਲ ਦੇ ਚਾਨਣ 'ਚ ਕੁਛ ਲੱਭਣ ਦੀ ਕੋਸ਼ਿਸ਼ ਕੀਤੀ, ਲੱਭ ਰਹੀ ਹੈ। ਤੇ ਆ ਕੇ ਉਹਦੇ ਚਾਚਾ ਜਾਨ ਨੇ ਉਹਨੂੰ ਪੁੱਛਿਆ, ਕਹਿਣ ਲੱਗੀ ਇਹ ਕੀ ਕਰ ਰਹੀ ਹੈ? ਉਹ ਕਹਿਣ ਲੱਗੀ ਮੈਂ ਸੂਈ ਲੱਭ ਰਹੀ ਹਾਂ। ਉਹ ਕਹਿਣ ਲੱਗੇ ਗਵਾਚੀ ਕਿੱਥੇ ਸੀ? ਕਹਿਣ ਲੱਗੇ ਗਵਾਚੀ ਤੇ ਘਰੇ ਸੀ। ਉਹ ਕਹਿਣ ਲੱਗੇ ਗਵਾਚੀ ਘਰ ਲੱਭਦੀ ਤੂੰ ਇੱਥੇ ਹੈ? ਉਹ ਕਹਿਣ ਲੱਗੇ ਬਸ ਇੱਦਾਂ ਹੀ ਹੈ, ਲੋਕਾਂ ਦਾ ਨਜ਼ਰੀਆ ਵੀ ਇੱਦਾਂ ਹੀ ਹੈ। ਸਤਿਗੁਰੂ ਕਬੀਰ ਜੀ ਨੇ ਇਹ ਗੱਲ ਕਹੀ, ਬਾਬਾ ਫਰੀਦ ਸਾਹਿਬ ਨੇ ਇਹ ਗੱਲ ਕਹੀ, ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਤੁਝ ਬਿਨ ਕੋਈ ਨਾ ਹੈ, ਤੇਰੇ ਤੋਂ ਬਿਨਾ ਕੁਛ ਵੀ ਨਹੀਂ ਹੈ। ਜਿੱਥੇ ਦੇਖੋ ਅਕਾਲ ਪੁਰਖ ਵਾਹਿਗੁਰੂ ਹੀ ਹੈ, ਹਰ ਇੱਕ ਰਮਜ਼ ਦੇ ਅੰਦਰ, ਹਰ ਇੱਕ ਹੁਕਮ ਦੇ ਅੰਦਰ, ਹਰ ਇੱਕ ਘਟਨਾ ਦੇ ਅੰਦਰ ਉਹ ਬਿਰਾਜਮਾਨ ਹੈ। ਤੇ ਕਬੀਰ ਜੀ ਨੇ ਤੇ ਇੱਥੋਂ ਤੱਕ ਵੀ ਕਹਿਤਾ, ਕਹਿਣ ਲੱਗੇ ਦੱਖਣ ਦੇਸ਼ ਹਰੀ ਕਾ ਬਾਸਾ। ਦੱਖਣ ਦੇ ਵਿੱਚ ਨਾ ਜਗਨਨਾਥ ਦਾ ਮੰਦਿਰ ਬਣਿਆ, ਕ੍ਰਿਸ਼ਨ ਦਾ। ਜਿੰਨੇ ਸਨਾਤਨੀ ਨੇ ਸਾਰੇ ਮੰਨਦੇ, ਕਹਿਣ ਲੱਗੇ ਹਰੀ ਤੇ ਉੱਥੇ ਵਸਦਾ ਹੈ। ਦੱਖਣ ਦੇਸ਼ ਹਰੀ ਕਾ ਬਾਸਾ ਤੇ ਪੱਛਮ ਅੱਲ੍ਹਾਹ ਮੁਕਾਮਾ। ਪੱਛਮ ਦੇ ਵਿੱਚ ਕਾਬਾ ਹੈ ਤੇ ਮੁਸਲਮਾਨ ਸਨਾਤਨ ਮਤ ਵਾਲੇ ਉਹ ਕਹਿੰਦੇ ਨੇ ਉਸ ਪਾਸੇ ਖੁਦਾਇਆ ਦਾ ਘਰ ਹੈ। ਕਿਉਂ? ਕਿਉਂਕਿ ਉਧਰ ਕਾਬਾ ਹੈ। ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲ੍ਹਾਹ ਮੁਕਾਮਾ। ਤੇ ਕਬੀਰ ਜੀ ਕੀ ਕਹਿੰਦੇ ਨੇ? ਕਹਿੰਦੇ ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਕਹਿਣ ਲੱਗੇ ਦਿਲ ਦੇ ਅੰਦਰ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਬੀਰ ਜੀ ਕਹਿੰਦੇ ਵੀ ਆਪਣੇ ਦਿਲ ਦੇ ਅੰਦਰ ਖੋਜ, ਐਵੇਂ ਪਰੇਸ਼ਾਨੀ ਦੇ ਵਿੱਚ ਨਾ ਤੁਰਿਆ ਫਿਰ। ਭਾਵ ਕੀ ਹੈ? ਭਾਵ ਹੈ ਕਿ ਤੂੰ ਬੈਠ, ਚੌਂਕੜਾ ਲਾ ਕੇ ਬੈਠ ਤੇ ਸਿਮਰਨ ਕਰ। ਤੇ ਜਦੋਂ ਤੂੰ ਸਿਮਰਨ ਕਰੇਗਾ ਤੈਨੂੰ ਆਪੇ ਦੀ ਸਮਝ ਆਵੇਗੀ ਕਿ ਮੈਂ ਕੌਣ ਆ। ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ, ਇਹ ਜਿਤਨਾ ਸੰਸਾਰ ਤੂੰ ਵੇਖ ਰਿਹਾ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਇਹ ਜੋ ਦੁਨੀਆ, ਇਹ ਜਿतना सारा तू देख रहे हैं, सारा दिनी दुनिया जितना आलम है सारा सहर मेला। सहर कहते ने जादू नूं। कह लगे जिहड़ी दुनिया ना ਇਹ ਇੱਕ ਜਾਦੂ है। जिवें जादूगर आउंदा है, बाजी पाउंदा है, ਉਹ ਇਕੱਲਾ ਹੀ ਹੁੰਦਾ ਹੈ। बाजी पाउंदा है ਜਦੋਂ ਉਹ ਜਾਦੂ ਦਿਖਾਉਂਦਾ ਆਪਣਾ, ਤੇ ਉਹ ਇੱਕ ਛੜਾਵਾ ਹੀ ਹੁੰਦਾ ਹੈ, ਸੱਚ ਨਹੀਂ ਹੁੰਦਾ, ਸੱਚ ਨਹੀਂ ਹੁੰਦਾ। ਤੇ ਸਤਿਗੁਰੂ ਕਹਿੰਦੇ ਇਹ ਜੋ ਦੁਨੀਆ ਸਹਿਰ ਮੇਲਾ, ਇਹ ਸੰਸਾਰ ਹੈ ਜਿਹੜਾ, ਇੱਕ ਜਾਦੂ ਦਾ ਤਮਾਸ਼ਾ ਹੈ, ਜਾਦੂ ਦਾ ਮੇਲਾ ਲੱਗਿਆ ਹੋਇਆ ਹੈ। ਦਸਤਗੀਰੀ ਨਾ ਹੈ। ਦਸਤ ਕਹਿੰਦੇ ਨੇ ਹੱਥਾਂ ਨੂੰ, ਗੀਰੀ ਕਹਿੰਦੇ ਨੇ ਪਕੜਨ ਨੂੰ। ਕਹਿਣ ਲੱਗੇ ਤੇਰੇ ਹੱਥ ਵਿੱਚ ਕੁਝ ਨਹੀਂ ਆਉਣਾ, ਕੁਝ ਵੀ ਤੇਰੇ ਹੱਥ ਵੱਸ ਨਹੀਂ ਆਉਣਾ। ਇਹ ਜਿਹੜਾ ਜਨਮ ਹੈ ਇਹ ਇੱਦਾਂ ਹੀ ਬਤੀਤ ਹੋ ਜਾਏਗਾ। ਪਤਾ ਕਿਤੇ ਤੈਨੂੰ ਭੁਲੇਖਾ ਹੋਵੇ ਕਿਸੇ ਗੱਲ ਦਾ। ਇਹ ਦੁਨੀਆ ਵੇਖਦਿਆਂ ਵੇਖਦਿਆਂ ਰੰਗ ਬਦਲ ਜਾਂਦੀ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਅਲਾਣੀਆਂ ਕਹਿੰਦੇ ਨੇ, ਕਹਿੰਦੇ ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਹਾਦਰ ਕੀ ਛਾਇਆ। ਜਿਵੇਂ ਬੱਦਲਾਂ ਦੀ ਛਾਂ ਨਹੀਂ ਹੁੰਦੀ, ਸੰਸਾਰ ਇਸੇ ਤਰ੍ਹਾਂ ਹੀ ਹੈ। ਮਨ ਰੇ ਸੰਸਾਰ ਅੰਧ ਗਹਿਰਾ, ਚੌਹੰਦਸ ਪਸਰਿਓ ਹੈ ਜਮ ਜੇਵਰਾ। ਜੇਵਰਾ ਕਹਿੰਦੇ ਨੇ ਰੱਸੇ ਨੂੰ, ਮਾਰਵਾੜੀ ਭਾਸ਼ਾ ਦੇ ਵਿੱਚ, ਬਾਗੜੀ 'ਚ ਕਹਿ ਲਓ। ਕਹਿਣ ਲੱਗੇ ਮਨ ਰੇ, ਐ ਮੇਰੇ ਮਨ, ਇਹ ਦੁਨੀਆ ਇੱਕ ਮੋਹ ਦੀ ਤੰਦ ਹੈ, ਮੋਹ ਦੀ ਰੱਸੀ ਹੈ, ਜੇਵੜੀ ਹੈ ਇੱਕ। ਇਹਦੇ ਨਾਲ ਸਾਰਾ ਸੰਸਾਰ ਬੱਝਿਆ ਪਿਆ।
ਕੋਈ ਧੀ ਨੂੰ ਪਿਆਰ ਕਰਦਾ, ਕੋਈ ਪੁੱਤਰ ਨੂੰ ਪਿਆਰ ਕਰਦਾ, ਕੋਈ ਆਪਣੇ ਬੱਚਿਆਂ ਨੂੰ, ਦੋਤੇ ਦੋਤੀਆਂ ਨੂੰ ਪਿਆਰ ਕਰਦਾ, ਕੋਈ ਮਕਾਨਾਂ ਘਰਾਂ ਨੂੰ, ਕੋਈ ਗੱਡੀਆਂ ਨੂੰ, ਕੋਈ ਬੈਂਕ ਬੈਲੈਂਸਾਂ ਨੂੰ, ਕੋਈ ਜ਼ਮੀਨਾਂ ਨੂੰ। ਮਨੁੱਖ ਕਿਤੇ ਨਾ ਕਿਤੇ ਮੋਹ ਦੀਆਂ ਤੰਦਾਂ ਦੇ ਵਿੱਚ ਵੱਜਿਆ ਹੋਇਆ ਹੈ। ਤੇ ਸਤਿਗੁਰੂ ਕਹਿੰਦੇ ਮਨ ਰੇ ਸੰਸਾਰ ਅੰਧ ਗਹਿਰਾ, ਚਾਹੁੰਦਿਸ ਪਸਰਿਓ ਹੈ ਜਮ ਜੀਵਰਾ। ਕਹਣਗੇ ਚਾਰਾਂ ਦਿਸ਼ਾਵਾਂ ਦੇ ਵਿੱਚ ਇਹ ਮੋਹ ਦਾ ਜਿਹੜਾ ਜੇਵੜਾ ਹੈ, ਮੋਹ ਦਾ ਜਿਹੜਾ ਰੱਸਾ ਹੈ, ਇਹਨੇ ਸਾਰੇ ਸੰਸਾਰ ਨੂੰ ਕੱਸ ਰੱਖਿਆ ਹੈ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਅੱਗੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਕਹਿੰਦੇ ਨੇ ਝੂਠ ਨੂੰ। ਕਹਿਣ ਲੱਗੇ ਪੜ ਪੜ ਕੇ ਤੇ ਖੁਸ਼ ਹੁੰਦੇ ਨੇ। ਪੜ੍ਹਨ ਵਾਲੇ ਪੜ੍ਹਦੇ ਨੇ ਵੀ ਐਸ ਮੱਤ ਦੀਆਂ ਕਿਤਾਬਾਂ 'ਚ ਆਹ ਗੱਲ ਨਹੀਂ ਲਿਖੀ, ਉਹ ਖੁਸ਼ੀ ਹੁੰਦੇ ਨੇ, ਖੁਸ਼ੀ ਮਨਾਉਂਦੇ ਨੇ ਵੀ ਜਿਹੜੀ ਕਿਤਾਬ ਮੈਂ ਪੜ੍ਹਦਾ ਨਾ, ਜਿਹੜਾ ਗ੍ਰੰਥ ਮੈਂ ਪੜ੍ਹਦਾ, ਘੱਟੋ ਘੱਟ ਉਹਦੇ 'ਚ ਤਾਂ ਆਹ ਜਾਣਕਾਰੀ ਵੀ ਹੈ, ਇਹਨਾਂ ਗ੍ਰੰਥਾਂ 'ਚ ਨਹੀਂ ਹੈ। ਉਹ ਫਿਰ ਜੱਗ ਮੁਕਊਆ ਮੁਖ ਚੁੰਚ ਗਿਆਨ। ਕਹਿਣ ਲੱਗੇ ਸੰਸਾਰ ਕਊਏ ਦੀ ਨਿਆਈ ਹੈ, ਤੇ ਫਿਰ ਚੁੰਝ ਗਿਆਨ ਕਰਦੇ ਨੇ, ਇੱਕ ਦੂਸਰੇ ਨਾਲ ਬਹਿਸ ਕਰਦੇ ਨੇ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਿਲਕੁਲ ਅਣਜਾਣ ਨੇ। ਬਾਦ ਕਹਿੰਦੇ ਨੇ ਝਗੜੇ ਨੂੰ, ਬਕਾਹੇ ਕਹਿੰਦੇ ਨੇ ਬਕਣ ਨੂੰ, ਬੋਲਣ ਨੂੰ। ਕਹਿਣ ਲੱਗੇ ਧਰਮ ਦੇ ਨਾਂ ਤੇ ਫਿਰ ਝਗੜਦੇ ਨੇ, ਬਹਿਸਾਂ ਕਰਦੇ ਨੇ, ਇੱਕ ਦੂਸਰੇ ਨੂੰ ਮਾੜਾ ਚੰਗਾ ਦੱਸਦੇ ਨੇ। ਪਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਕਾ ਖੇਤ। ਧਰਮ ਦੇ ਜਿਹੜੇ ਠੇਕੇਦਾਰ ਬਣ ਜਾਂਦੇ ਨੇ, ਉਹ ਕਈ ਵਾਰੀ ਦੂਜਿਆਂ ਨੂੰ ਸਮਝਾਉਂਦਿਆਂ ਸਤਿਗੁਰੂ ਕਹਿੰਦੇ ਨੇ, ਜਿਉਂ ਕੁੰਚਰ ਇਸ਼ਨਾਨ ਤੀਰਥ ਵਰਤਰ ਦਾਨ ਕਰ, ਮਨ ਮੈਂ ਧਰੈ ਕੁਮਾਨ। ਨਾਨਕ ਨੇ ਫਲ ਜਾਤੇ ਜਿਉਂ ਕੁੰਚਰ ਇਸ਼ਨਾਨ। ਕੋਈ ਤੀਰਥ ਜਾ ਆਇਆ, ਕਿਸੇ ਨੇ ਬੰਦਗੀ ਕੀਤੀ, ਕਿਸੇ ਨੇ ਨਿਤਨੇਮ ਕੀਤਾ, ਕਿਸੇ ਨੇ ਪੁੰਨ ਧਰਮ ਕੀਤਾ, ਕੋਈ ਕਿਸੇ ਸਥਾਨ 'ਤੇ ਦਰਸ਼ਨ ਕਰਨ ਚਲਿਆ ਗਿਆ, ਬਾਅਦ ਦੇ ਵਿੱਚ ਉਸੇ ਵਿਸ਼ੇ 'ਤੇ ਬਹਿਸ ਕਰਨਾ, ਨਹੀਂ ਉੱਥੇ ਇੱਦਾਂ ਹੈ, ਉਹ ਕਹੇਗਾ ਨਹੀਂ ਉਹ ਇੱਦਾਂ, ਉੱਥੇ ਉਹ ਕਹੇਗਾ ਨਹੀਂ ਮੈਂ ਦੇਖਿਆ ਖੁਦ। ਸਤਿਗੁਰੂ ਕਹਿੰਦੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ। ਸਤਿਗੁਰੂ ਕਬੀਰ ਜੀ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਹੱਕ ਹੈ, ਸੱਚ ਹੈ, ਸਦੀਵ ਹੈ। ਪਹਿਲੇ ਹੱਕ ਦਾ ਅਰਥ ਹੈ ਸੱਚ, ਤੇ ਦੂਸਰੇ ਸੱਚ ਦਾ ਅਰਥ ਹੈ ਸਦੀਵ ਹੈ। ਆਦਿ ਸੱਚ ਜੁਗਾਦ ਸੱਚ। ਕਹਿਣ ਲੱਗੇ ਉਹ ਸੱਚਾ ਹੈ, ਇਹ ਥਿਰ ਰਹਿਣ ਵਾਲਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਹੈ। ਸੱਚੇ ਪਾਤਸ਼ਾਹ ਕਹਿੰਦੇ ਹੱਕ ਸੱਚ ਖਾਲਕ। ਉਰਦੂ ਜ਼ੁਬਾਨ 'ਚ ਖਾਲਕ ਪਰਮੇਸ਼ਰ ਨੂੰ ਕਹਿੰਦੇ ਨੇ। ਖਲਕ ਮਿਆਨੇ, ਖਲਕ ਕਹਿੰਦੇ ਨੇ ਦੁਨੀਆ ਨੂੰ। ਕਹਿਣ ਲੱਗੇ ਉਹ ਜੋ ਕਾਦਰ ਹੈ ਨਾ, ਉਹ ਸੱਚਾ ਹੈ ਤੇ ਸਦੀਵ ਹੈ, ਤੇ ਦੁਨੀਆ ਦੇ ਵਿੱਚ ਵਸਦਾ ਹੈ, ਪਰ ਸ਼ਿਆਮ ਮੂਰਤ ਨਾ ਹੈ। ਸਤਿਗੁਰੂ ਕਬੀਰ ਕਹਿੰਦੇ ਦੇਖੀ ਕਿਤੇ ਤੈਨੂੰ ਇਦਾਂ ਲੱਗੇ ਵੀ ਕਿਤੇ ਉਹ ਕ੍ਰਿਸ਼ਨ ਦੀ ਮੂਰਤ, ਪੱਥਰ ਦੀ ਬਣੀ ਹੋਈ ਜਿਹੜੀ ਮੂਰਤੀ ਹੈ, ਉਹਦੇ 'ਚ ਬੈਠਾ ਹੈ। ਨਹੀਂ, ਆਹ ਮੂਰਤਾਂ ਨੇ ਉਹਦੀਆਂ ਜਿਹੜੀਆਂ ਬੈਠੀਆਂ ਨੇ। ਪੱਥਰ ਦੀ ਮੂਰਤ ਉਹਦੀ ਮੂਰਤ ਨਹੀਂ ਹੈ। ਕਿਉਂ? ਕਿਉਂਕਿ ਰੱਬ ਜਨਮ ਨਹੀਂ ਲੈਂਦਾ, ਮਰਦਾ ਨਹੀਂ ਹੈ। ਉਹ ਤੇ ਆਦ ਸੱਚ ਹੈ, ਜੁਗਾਦ ਸੱਚ ਹੈ, ਅਜੂਨੀ ਹੈ। ਫਿਰ ਅਸੀਂ ਕਿਵੇਂ ਕਹਿਤਾ ਕਿ ਆਹ ਮੂਰਤ ਉਹਦੀ ਹੈ? ਉਹ ਤਾਂ ਪੱਥਰ ਹੈ। ਤੇ ਕਬੀਰ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ। ਇਸ ਵਿਸ਼ੇ ਤੇ ਵੀ ਕਬੀਰ ਜੀ ਨੇ ਸਾਨੂੰ ਸਮਝਾਇਆ ਹੈ। ਪਾਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ। ਕਹਿਣ ਲੱਗੇ ਪੱਥਰ, ਪਾਖਾਨ ਪੱਥਰ ਨੂੰ ਕੜਿਆ, ਮੂਰਤੀ ਤਿਆਰ ਕੀਤੀ, ਉਹਦੀ ਹਿੱਕ ਦੇ ਉੱਪਰ ਬੈਠ ਕੇ ਉਹਦਾ ਨੱਕ ਮੂੰਹ ਕੜਿਆ, ਮੂਰਤੀ ਖੜੀ ਕਰ ਦਿੱਤੀ, ਮੰਦਰ ਚ ਲਾਤੀ, ਟੱਲ ਲਾ ਦਿੱਤਾ, ਧੂਪਾਂ ਲਾਤੀਆਂ, ਧੋਣ ਵਾਸਤੇ ਦੁੱਧ ਰੱਖ ਲਿਆ,
उत्ते पाउण वास्ते दुध रख लिया, 36 प्रकार के भोजन। वो पत्थर की मूर्ति रब बन बैठी। तो फिर उस बुत घाड़े उस मिस्त्री को कहा जाता है, तू ये मूहरे चुक। वो कहने लगा, बनाई तो मैं ही है, मेरा बनाया तो रब बन गया, मेरा बनाया तो रब बनया, मैं ही तो बनाया इनू। पर जिन्हें इस मनुख नूं घड़िया ਉਹਦਾ किते चेता ही नहीं। मनुख पत्थर दे नाल जुड़ गया। सतगुरु कहते श्याम मूर्त ना है, जिहड़ा श्याम है अकाल पुरख वाहिगुरू है, जिहड़ा पत्थर दीयां मूर्तियां ओहदियां मूर्तियां नहीं हैन, ओहदी मूर्ति नहीं है पत्थर दी मूर्ति। इत्थे इमेजिन किया गया, घड़ी गई है। जे बुद्ध दी मूर्ति बनाउणगे तो कैसी बनाउणगे, जे साउथ वाले बनाउणगे तो अपनी शक्ल वर्गी मूर्ति बनाउणगे। जे किते चीन दे विच चले जाओ तो चीनी अपने वर्गी बनाउणगे, छोटियां छोटियां अखां उसी तरह बनाउणगे। तो फिर जे साउथ वाले बनाउणगे, साउथ अफ्रीका वाले बनाउणगे तो अंग पैर मोटे मोटे बनाउणगे, उन्हां दे काला रंग कर देणगे इत्थे, क्योंकि जिहो जिहा उन्हां दा रंग है इमेजिन उहो जिहा करनगे वो। इस तरह सतगुरु कहते असमान मिहाने लहंग दरिया गुसल करदन बूद। कबीर जी कहते आसमान ये दसम द्वारा, जड़ा दसम द्वारा अगम पारा परम पुरख की घाटी ऊपर हाट, हाट पर आला आले पीतर थाती। मैं संखेप रूप से बेनती करके समाप्ति करांगा, समा हो चुका है। कहने लगे अकाल पुरख वाहिगुरू दी बंदगी करनी सी ते अपने अंदर इशनान करना सी। तेरे अंदर एक तीर्थ है, तेरे मन ने उत्थे इशनान करना सी। अंतर खूहटा अमृत भरिया शब्दे काड़ पीए पनिहारी। गुरु दे शब्द नाल उस अमृत तक मिल के तू इशनान करना सी अपने अंदर। सतगुरु कहते ना मन में ना वो, अपने मन दे अंदर तू इशनान करना सी। गुसल करदन बूद आसमान मिहाने, आसमान तो लेके धरती तक। लहंग दरिया अकाल पुरख वाहिगुरू एक लंघदा होया दरिया है। गुसल करदन बूद, गुसल कहते ने इशनान करन नूं। असीं पहलां ना एक शब्द वरतदे हुंदे सी गुसलखाना, हुण तां चलो बाथरूम हो गया हो ते हौली हौली बात हो गया हो इदां करके। पर पहलां असीं बोलदे सां जदों साडी भाशा दे विच ये साडे शब्द सन, इटली जिहड़ी साडी पंजाबी भाशा है ਉਹਦੇ ਵਿੱਚ ਅਸੀਂ बोलते सां गुसलखाना। सतगुरु कबीर जी कहते गुसल करदन बूद, कण के तू इशनान करना सी। कर फकर दायम लाए चश्मे, कहने लगे फकीरी धारण कर, बंदगी कर, उस अकाल पुरख वाहिगुरू की जियारत कर, उन्होंने चेते कर, उसका चिंतन कर। लाए चश्मे, जो तू उसकी बंदगी करेगा ना तो तेन सोझी आएगी। जिमें आप निगाह घट हो ना किसी की, तो चश्मे लग जान तो फिर वो हर एक चीज़ को देख पाता है दोबारा। किसी की निगाह घट जे कह दें निगाह बनवा दो, चश्मे लवा दो। कहने लगे अकाल पुरख वाहिगुरू की बंदगी एक चश्मा है। ज्ञान अंजन गुरदिया अज्ञान अंधेर विनाश। हर किरपा ते संत भेटिया नानक मन प्रगास। गुरु की बंदगी तेरी अख दे उपर चढ़िया होया माया का जाला उतार देगी ते तेरी अख साफ कर देगी, तो फिर तेनों अकाल पुरख वाहिगुरू नज़र आउण लग जाएगा। हर एक चीज़ दे अंदर जिथे देखेगा जह तहाँ मौजूद, उर्दू च मौजूद कहते हैं हाज़र नूं, हर एक जगह मौजूद है। फिर कहते अल्लाह पाकं पाक है, शक करो जे दूसर होए। अकाल पुरख वाहिगुरू अल्लाह पाक है, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਸ਼ੱਕ ਤੇ ਅਸੀਂ ਤਾਂ ਕਰੀਏ ਜੇ ਉਹਦੇ ਵਰਗਾ ਕੋਈ ਹੋਰ ਹੋਵੇ। ਇਹ ਤੇ ਵੱਖਰੀ ਗੱਲ ਹੈ ਵੀ ਅਸੀਂ ਰੱਬ ਦੇ ਸ਼ਰੀਕ ਹੀ ਬੜੇ ਬਣਾਤੇ। ਅਸੀਂ ਬੰਦਿਆਂ ਨੂੰ ਪੂਜਣ ਲੱਗ ਪਏ, ਅਸੀਂ ਪਸ਼ੂਆਂ ਨੂੰ ਪੂਜਣ ਲੱਗ ਪਏ, ਦਰਖਤਾਂ ਨੂੰ ਪੂਜਣ ਲੱਗ ਪਏ। ਪਰ ਅੱਲਾਹ ਇੱਕ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਸਰਬ ਸ਼ਕਤੀਮਾਨ ਹੈ ਅੱਲਾਹ। अल्लाह पाकं पाक है, शक करो जे दूसर होए। कबीर कर्म करीम का। ये गल भी वो समझ आउंदी है
ਜਿਹਦੇ ਦੇ ਉੱਤੇ ਉਹ ਕਿਰਪਾ ਕਰਦਾ ਹੈ। ਕਰੀਮ ਕਬੀਰ ਕਰਮ, ਜਦੋਂ ਉਹ ਕਰਮ ਕਰਦਾ, ਰਹਿਮਤ ਕਰਦਾ ਹੈ। ਕਰੀਮ ਕਾ ਦਿਆਲਤਾ ਦਾ ਘਰ ਗੁਰੂ ਜਦੋਂ ਰਹਿਮਤ ਕਰਦਾ ਹੈ, ਨਿਰੰਕਾਰ ਜਦੋਂ ਰਹਿਮਤ ਕਰਦਾ ਹੈ, ਉਹ ਕਰੈ ਜਾਣੈ ਸੋਏ। ਫਿਰ ਉਹਦੀ ਸੋਝੀ ਆਉਂਦੀ ਹੈ ਵੀ ਅੱਲਾ ਸਰਬ ਸ਼ਕਤੀਮਾਨ ਹੈ, ਅੱਲਾ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ, ਅੱਲਾ ਪਾਕ ਹੈ। ਸੋ ਇਤਨੀ ਬੇਨਤੀ ਪ੍ਰਵਾਨ ਕਰਨਾ, ਗੁਰੂ ਕਿਰਪਾ ਕਰੇ। ਬੋਲਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ, ਕੁਝ ਸਮਾਂ ਵਧੀਕ ਲੱਗਾ ਉਹਦੇ ਵਾਸਤੇ ਵੀ ਖਿਮਾ ਦੇ ਜਾਚ ਖਾਂ। ਦੋਨੋਂ ਹੱਥ ਜੋੜੀਏ, ਸਤਿਗੁਰੂ ਦੇ ਚਰਨਾਂ 'ਚ ਨਤਮਸਤਕ ਹੋਈਏ, ਰਸਨਾ ਪਵਿੱਤਰ ਕਰੀਏ। ਸਾਹਿਬ ਜੀ ਦਾ ਫਤਿਹਨਾਮਾ ਗਜਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ